ਅੱਜ ਆਓ ਅਸੀਂ ਪਰਮੇਸ਼ਵਰ ਦੀ ਸ੍ਰਿਸ਼ਟੀ ਦੇ ਮਕਸਦ ਪਿੱਛੇ ਕਾਰਨ ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਦਾ ਕੁਝ ਸਮਾਂ ਲਈਏ। ਇਸ ਉਪਦੇਸ਼ ਦੁਆਰਾ ਆਓ ਅਸੀਂ ਪਰਮੇਸ਼ਵਰ ਦੀ ਆਸ਼ੀਸ਼ ਪ੍ਰਾਪਤ ਕਰੀਏ। ਦੋ ਭਰਾ ਸੀ ਜੋ ਸ਼ਹਿਰ ਵਿੱਚ ਪੈਦਾ ਹੋਏ ਸੀ ਅਤੇ ਉੱਥੇ ਉਹਨਾਂ ਦਾ ਪਾਲਣ ਪੋਸ਼ਣ ਹੋਇਆ ਸੀ ਅਤੇ ਉਹ ਕਦੇ ਵੀ ਪਿੰਡ ਦੇ ਇਲਾਕਿਆਂ ਵਿੱਚ ਨਹੀਂ ਰਹੇ ਸੀ। ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਚਾਵਲ ਦੀ ਪੈਦਾਵਾਰ ਕਿਵੇਂ ਕੀਤੀ ਜਾਂਦੀ ਹੈ। ਇੱਕ ਦਿਨ ਦੋਵੇਂ ਭਰਾਵਾਂ ਨੇ ਇੱਕ ਦੂਸਰੇ ਨੂੰ ਕਿਹਾ, ਅਸੀਂ ਸ਼ਹਿਰ ਵਿੱਚ ਪੈਦਾ ਹੋਏ ਅਤੇ ਵੱਡੇ ਹੋਏ, ਇਸ ਲਈ ਸਾਨੂੰ ਪਿੰਡ ਦੇ ਇਲਾਕਿਆਂ ਬਾਰੇ ਕੁਝ ਵੀ ਨਹੀਂ ਪਤਾ। ਪਿੰਡ ਦੇ ਇਲਾਕਿਆਂ ਦੀ ਯਾਤਰਾ ਕਰਨਾ ਕਿਵੇਂ ਲੱਗਦਾ ਹੈ, ਕਿਉਂਕਿ ਉਹ ਨਹੀਂ ਜਾਣਦੇ ਸੀ ਕਿ ਪਿੰਡ ਦੇ ਇਲਾਕੇ ਕਿਸ ਤਰ੍ਹਾਂ ਦੀ ਜਗ੍ਹਾ ਹਨ। ਇਸ ਲਈ ਉਹ ਉੱਥੇ ਦੇ ਲੋਕਾਂ ਜਾਂ ਉਹਨਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਕੁਝ ਨਹੀਂ ਜਾਣਦੇ ਸੀ। ਉਹ ਬਸ ਉੱਥੇ ਦੇ ਲੋਕਾਂ ਦੀ ਜੀਵਨ ਸ਼ੈਲੀ ਦਾ ਅਨੁਭਵ ਕਰਨ ਲਈ ਪਿੰਡ ਦੇ ਇਲਾਕਿਆਂ ਦੀ ਯਾਤਰਾ ਲਈ ਨਿਕਲ ਗਏ। ਉੱਥੇ ਪਹੁੰਚਣ ਤੋਂ ਥੋੜੀ ਦੇਰ ਬਾਅਦ ਉਹਨਾਂ ਨੇ ਲੋਕਾਂ ਨੂੰ ਅਜਿਹਾ ਕੰਮ ਕਰਦੇ ਵੇਖਿਆ ਜਿਸ ਤੋਂ ਉਹ ਪੂਰੀ ਤਰ੍ਹਾਂ ਅਣਜਾਣ ਸੀ। ਉਹਨਾਂ ਨੇ ਦੇਖਿਆ ਕਿ ਕਈ ਲੋਕ ਲਗਾਤਾਰ ਇੱਕ ਕਹੀ ਨਾਲ ਮਿੱਟੀ ਪੁੱਟ ਰਹੇ ਹਨ ਅਤੇ ਇੱਕ ਵਿਸ਼ਾਲ ਖੇਤ ਵਿੱਚ ਜ਼ਮੀਨ ਨੂੰ ਵਾਹ ਰਹੇ ਹਨ। ਕਿਉਂਕਿ ਉਹਨਾਂ ਨੇ ਸ਼ਹਿਰ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਦੇਖਿਆ, ਇਸ ਲਈ ਉਹ ਜੋ ਕੁਝ ਕਰ ਰਹੇ ਸੀ ਉਸ ਨਾਲ ਉਹ ਮੋਹਿਤ ਹੋ ਗਏ ਅਤੇ ਉਹ ਉਹਨਾਂ ਤੋਂ ਆਪਣੀਆਂ ਅੱਖਾਂ ਨਹੀਂ ਹਟਾ ਸਕੇ। ਉਹ ਮਿੱਟੀ ਕਿਉਂ ਉਲਟਾ ਰਹੇ ਹਨ? ਦੋਵੇਂ ਭਰਾਵਾਂ ਨੂੰ ਪਤਾ ਨਹੀਂ ਸੀ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਹੇ ਸੀ। ਫਿਰ ਥੋੜੇ ਸਮੇਂ ਬਾਅਦ ਭਰਾਵਾਂ ਨੇ ਉਹਨਾਂ ਨੂੰ ਜ਼ਮੀਨ ਉੱਤੇ ਜਿਸ ਨੂੰ ਉਹਨਾਂ ਨੇ ਵਾਹਿਆ ਸੀ ਕਣਕ ਦੇ ਬੀਜ ਸੁੱਟਦੇ ਹੋਏ ਦੇਖਿਆ। ਕਿ ਉਹ ਕਣਕ ਦੇ ਬੀਜਾਂ ਨੂੰ ਉੱਥੇ ਸੁੱਟ ਰਹੇ ਹਨ ਕਿਉਂਕਿ ਉਹ ਅਜੀਬ ਚੀਜ਼ਾਂ ਨੂੰ ਦੇਖ ਰਹੇ ਸੀ ਜਿਨ੍ਹਾਂ ਦਾ ਉਹਨਾਂ ਨੇ ਪਹਿਲਾਂ ਕਦੀ ਵੀ ਅਨੁਭਵ ਨਹੀਂ ਕੀਤਾ ਸੀ। ਫਿਰ ਇੱਕ ਭਰਾ ਇਹ ਕਹਿੰਦੇ ਹੋਏ ਸ਼ਹਿਰ ਮੁੜਿਆ, ਮੈਂ ਇਸ ਅਜੀਬ ਖੇਤਰ ਵਿੱਚ ਹੋਰ ਨਹੀਂ ਰਹਿ ਸਕਦਾ। ਛੋਟਾ ਭਰਾ ਇਹ ਸੋਚਦੇ ਹੋਏ ਪਿੰਡ ਦੇ ਇਲਾਕੇ ਵਿੱਚ ਰਿਹਾ, ਇੱਥੇ ਲੋਕ ਜੋ ਕਰ ਰਹੇ ਹਨ ਇਹ ਬਹੁਤ ਅਜੀਬ ਹੈ, ਪਰ ਕਿਉਂਕਿ ਮੈਂ ਪਹਿਲਾਂ ਤੋਂ ਹੀ ਇੱਥੇ ਹਾਂ ਇਸ ਲਈ ਇਹ ਦੇਖਣ ਲਈ ਕਿ ਅੰਤ ਵਿੱਚ ਕੀ ਹੋਵੇਗਾ ਮੈਂ ਇੱਥੇ ਰਹਾਂਗਾ। ਕੁਝ ਸਮੇਂ ਲੰਘਣ ਤੋਂ ਬਾਅਦ ਵਿਸ਼ਾਲ ਖੇਤ ਵਿੱਚ ਜਿੱਥੇ ਲੋਕਾਂ ਨੇ ਮਿੱਟੀ ਨੂੰ ਵਾਹਿਆ ਸੀ ਅਤੇ ਉਸ ਨੂੰ ਉਲਟਾਇਆ ਸੀ, ਤਾਜ਼ੇ ਹਰੇ ਪੱਤੇ ਉਗਣੇ ਸ਼ੁਰੂ ਹੋ ਗਏ। ਪੂਰੇ ਖੇਤ ਵਿੱਚ ਹਰੇ ਪੱਤੇ ਉਗ ਆਏ ਸੀ। ਛੋਟਾ ਭਰਾ ਇਸ ਦ੍ਰਿਸ਼ ਨੂੰ ਵੇਖ ਕੇ ਬਹੁਤ ਹੈਰਾਨ ਹੋਇਆ। ਇਹ ਦਰਅਸਲ ਇੱਕ ਰਹੱਸਮਈ ਘਟਨਾ ਹੈ। ਇਹ ਕਿਵੇਂ ਸੰਭਵ ਹੋ ਸਕਦਾ ਹੈ? ਉਸਨੇ ਆਪਣੇ ਵੱਡੇ ਭਰਾ ਨੂੰ ਇੱਕ ਚਿੱਠੀ ਭੇਜੀ ਜੋ ਸ਼ਹਿਰ ਮੁੜ ਗਿਆ ਸੀ। ਉਸਨੇ ਲਿਖਿਆ, ਮੈਂ ਹੁਣ ਇੱਥੇ ਇੱਕ ਸ਼ਾਨਦਾਰ ਚਮਤਕਾਰ ਦੇਖ ਰਿਹਾ ਹਾਂ। ਜਿਸ ਉਜਾੜ ਮੈਦਾਨ ਨੂੰ ਮੈਂ ਤੇ ਤੁਸੀਂ ਇੱਥੇ ਵੇਖਿਆ ਸੀ ਉਹ ਹੁਣ ਤਾਜ਼ੀ ਘਾਹ ਨਾਲ ਭਰ ਗਿਆ ਹੈ। ਤੁਹਾਨੂੰ ਵਾਪਸ ਆ ਕੇ ਖੁਦ ਇਸ ਨੂੰ ਦੇਖਣਾ ਪਵੇਗਾ। ਇਹ ਅਸਲ ਵਿੱਚ ਵਿਸ਼ਵਾਸ ਤੋਂ ਪਰੇ ਹੈ। ਇਸ ਲਈ ਉਸ ਦਾ ਵੱਡਾ ਭਰਾ ਜੋ ਸ਼ਹਿਰ ਮੁੜ ਗਿਆ ਸੀ ਉਸ ਪਿੰਡ ਦੇ ਇਲਾਕੇ ਵਿੱਚ ਵਾਪਸ ਆਇਆ। ਉਸ ਨੂੰ ਅਚਰਜ ਹੋਇਆ, ਉਹ ਉਜਾੜ ਭੂਮੀ ਇੱਕ ਅਜਿਹੀ ਜਗ੍ਹਾ ਵਿੱਚ ਕਿਵੇਂ ਬਦਲ ਸਕਦੀ ਹੈ, ਮੰਨੋ ਉੱਥੇ ਪੂਰੀ ਤਰ੍ਹਾਂ ਇੱਕ ਹਰਾ ਕਾਰਪੇਟ ਵਿਛਾਇਆ ਗਿਆ ਹੋਵੇ। ਉਸ ਨੂੰ ਬਹੁਤ ਅਚਰਜ ਹੋਇਆ। ਦੋਵੇਂ ਭਰਾਵਾਂ ਨੇ ਥੋੜਾ ਹੋਰ ਸਮਾਂ ਉੱਥੇ ਬਿਤਾਇਆ। ਫਿਰ ਅਚਾਨਕ ਮੈਦਾਨ ਜੋ ਹਰੇ ਰੰਗ ਨਾਲ ਢਕਿਆ ਹੋਇਆ ਸੀ ਸੁਨਹਿਰੀ ਹੋਣਾ ਸ਼ੁਰੂ ਹੋ ਗਿਆ। ਇੱਕ ਵਾਰ ਫਿਰ ਉਹ ਆਪਣੀਆਂ ਅੱਖਾਂ ਦੇ ਠੀਕ ਸਾਹਮਣੇ ਹੋ ਰਹੀ ਸੁੰਦਰਤਾ ਨਾਲ ਮੋਹਿਤ ਹੋ ਗਏ। ਉਹ ਅਚਰਜ ਹੋ ਕੇ ਦੇਖਦੇ ਰਹੇ। ਇਹ ਵਿਸ਼ਵਾਸ ਤੋਂ ਪਰੇ ਹੈ। ਹਰੇ ਪੌਦੇ ਅਚਾਨਕ ਸੁਨਹਿਰੀ ਕਿਵੇਂ ਹੋ ਸਕਦੇ ਹਨ? ਕਿਸੇ ਨੇ ਉਹਨਾਂ ਨੂੰ ਚਿਤਰਿਤ ਨਹੀਂ ਕੀਤਾ। ਇਹ ਅਸਲ ਵਿੱਚ ਹੈਰਾਨੀਜਨਕ ਹੈ। ਪਰ ਕੁਝ ਸਮੇਂ ਬਾਅਦ ਕਿਸਾਨ ਆਪਣੀ ਦਾਤਰੀ ਲੈ ਕੇ ਆਏ ਅਤੇ ਉਹਨਾਂ ਨੂੰ ਵੱਢਣਾ ਸ਼ੁਰੂ ਕੀਤਾ। ਹਾਲਾਂਕਿ ਇਹ ਦੋ ਭਰਾਵਾਂ ਦੀਆਂ ਨਜ਼ਰਾਂ ਵਿੱਚ ਪ੍ਰਤੀਤ ਹੁੰਦਾ ਸੀ ਕਿ ਕਿਸਾਨ ਉਹਨਾਂ ਨੂੰ ਤਬਾਹ ਕਰ ਰਹੇ ਸੀ, ਪਰ ਅਸਲੀਅਤ ਵਿੱਚ ਉਹ ਬਸ ਉਹਨਾਂ ਨੂੰ ਕੱਟ ਰਹੇ ਸੀ। ਦੋਵੇਂ ਭਰਾ ਉਹਨਾਂ ਨੂੰ ਬਿਨਾਂ ਕਿਸੇ ਝਿਜਕ ਦੇ ਸੁੰਦਰ ਪੌਦਿਆਂ ਨੂੰ ਜਿਸ ਨੂੰ ਉਹਨਾਂ ਨੇ ਵਧਾਇਆ ਸੀ ਬਸ ਉਹਨਾਂ ਨੂੰ ਵਧਾਉਣ ਦੀ ਬਜਾਏ ਤਬਾਹ ਕਰਦੇ ਦੇਖ ਕੇ ਇੱਕ ਵਾਰ ਫਿਰ ਹੈਰਾਨ ਸੀ। ਉਹਨਾਂ ਨੂੰ ਵਧਾਉਣਾ ਔਖਾ ਸੀ, ਹੁਣ ਉਹ ਇੰਨੀ ਆਸਾਨੀ ਨਾਲ ਉਹਨਾਂ ਨੂੰ ਕਿਵੇਂ ਤਬਾਹ ਕਰ ਸਕਦੇ ਹਨ? ਫਿਰ ਵੱਡੇ ਭਰਾ ਨੇ ਕਿਹਾ, ਮੈਨੂੰ ਸਮਝ ਨਹੀਂ ਆਉਂਦਾ ਕਿ ਪਿੰਡ ਦੇ ਇਲਾਕੇ ਵਿੱਚ ਕੀ ਹੋ ਰਿਹਾ ਹੈ। ਮੈਂ ਅਜਿਹੇ ਅਜੀਬ ਲੋਕਾਂ ਨਾਲ ਇੱਥੇ ਹੋਰ ਨਹੀਂ ਰਹਿਣਾ ਚਾਹੁੰਦਾ ਅਤੇ ਉਹ ਸ਼ਹਿਰ ਵਾਪਸ ਚਲਿਆ ਗਿਆ। ਪਰ ਛੋਟੇ ਭਰਾ ਨੇ ਇਸ ਦੇ ਬਾਰੇ ਡੂੰਘਾਈ ਨਾਲ ਸੋਚਿਆ ਅਤੇ ਨਿਚੋੜ ਕੱਢਿਆ, ਕਿਉਂਕਿ ਮੈਂ ਇਸ ਯਾਤਰਾ ਦੀ ਪਹਿਲਾਂ ਤੋਂ ਹੀ ਸ਼ੁਰੂਆਤ ਕਰ ਚੁੱਕਿਆ ਹਾਂ। ਫਿਰ ਮੈਂ ਇਹ ਜਾਣਨ ਲਈ ਕਿ ਅੰਤ ਵਿੱਚ ਕੀ ਹੋਵੇਗਾ ਉਸ ਨੂੰ ਦੇਖਦਾ ਰਹਾਂਗਾ। ਕਿਸਾਨਾਂ ਨੇ ਕਣਕ ਨੂੰ ਵੱਢਣਾ ਜਾਰੀ ਰੱਖਿਆ ਅਤੇ ਛੋਟੇ ਭਰਾ ਨੇ ਕਣਕ ਦੇ ਸਿੱਟਿਆਂ ਨੂੰ ਬੋਰੀਆਂ ਵਿੱਚ ਪਾ ਕੇ ਉਹਨਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਵੱਡੀ ਹੋਈ ਕਣਕ ਗੋਦਾਮ ਵਿੱਚ ਰੱਖਣ ਦੇ ਦੌਰਾਨ ਛੋਟੇ ਭਰਾ ਨੇ ਉਹਨਾਂ ਕਿਸਾਨਾਂ ਦੇ ਕੰਮ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕੀਤੀ ਜਿਨ੍ਹਾਂ ਨੇ ਬੀਜ ਬੀਜੇ ਅਤੇ ਕਣਕ ਦੀ ਵਾਢੀ ਕੀਤੀ, ਅਤੇ ਉਹ ਕਿਸਾਨਾਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਨ ਵਿੱਚ ਕਾਬਲ ਸੀ ਜਿਸ ਨੂੰ ਉਹ ਅਤੇ ਉਸ ਦਾ ਵੱਡਾ ਭਰਾ ਪਹਿਲਾਂ ਸਮਝ ਨਹੀਂ ਪਾਏ।
ਉਸ ਨੂੰ ਸਮਝ ਆਇਆ ਕਿ ਉਹਨਾਂ ਨੇ ਮਿੱਟੀ ਨੂੰ ਕਿਉਂ ਖੋਦਿਆ, ਕਣਕ ਦੇ ਬੀਜ ਨੂੰ ਉਸ ਮਿੱਟੀ ਵਿੱਚ ਕਿਉਂ ਸੁੱਟਿਆ ਅਤੇ ਫਿਰ ਕਣਕ ਨੂੰ ਵੱਢਿਆ। ਦਰਅਸਲ ਕਿਸਾਨ ਦਾਤਰੀ ਨਾਲ ਕਣਕ ਨੂੰ ਤਬਾਹ ਨਹੀਂ ਸੀ ਕਰ ਰਹੇ, ਬਲਕਿ ਉਹ ਇਸ ਦੀ ਵਾਢੀ ਕਰ ਰਹੇ ਸੀ। ਕਿਉਂਕਿ ਦੋਵੇਂ ਭਰਾਵਾਂ ਨੂੰ ਕਦੀ ਖੇਤੀ ਦਾ ਅਨੁਭਵ ਨਹੀਂ ਸੀ, ਇਸ ਲਈ ਅਜਿਹਾ ਲੱਗ ਰਿਹਾ ਹੈ ਕਿ ਕਿਸਾਨ ਫਸਲਾਂ ਨੂੰ ਤਬਾਹ ਕਰ ਰਹੇ ਹਨ। ਉਹ ਸਿੱਖ ਸਕੇ ਕਿ ਕਿਸਾਨ ਆਪਣੀ ਸਾਰੀ ਉਮਰ ਹਰ ਸਾਲ ਇਹਨਾਂ ਗਤੀਵਿਧੀਆਂ ਨੂੰ ਦੁਹਰਾਉਂਦੇ ਹਨ। ਆਖਰਕਾਰ ਉਹ ਫਸਲਾਂ ਦੀ ਵਾਢੀ ਦੀ ਪ੍ਰਕਿਰਿਆ ਨੂੰ ਸਮਝ ਸਕਿਆ, ਜਿਸ ਨੂੰ ਕਿਸਾਨ ਆਪਣੀ ਸਾਰੀ ਉਮਰ ਕਰਦੇ ਰਹਿੰਦੇ ਹਨ। ਉਸੇ ਤਰ੍ਹਾਂ ਜਦੋਂ ਪਰਮੇਸ਼ਵਰ ਦੇ ਕੰਮ ਦੀ ਗੱਲ ਆਉਂਦੀ ਹੈ ਤਦ ਲੋਕਾਂ ਨੂੰ ਉਹਨਾਂ ਦੇ ਕੰਮ ਦੀ ਅਸਲੀਅਤ ਅਤੇ ਡੂੰਘਾਈ ਦਾ ਅਹਿਸਾਸ ਨਹੀਂ ਹੋਇਆ ਹੈ, ਕਿਉਂਕਿ ਉਹਨਾਂ ਨੇ ਇਸ ਨੂੰ ਪਹਿਲਾਂ ਨਹੀਂ ਦੇਖਿਆ। ਪਰ ਪਰਮੇਸ਼ਵਰ ਜੋ ਕੁਝ ਵੀ ਕਰਦੇ ਹਨ ਉਸ ਦੇ ਪਿੱਛੇ ਪੱਕਾ ਇੱਕ ਕਾਰਨ ਹੈ। ਕਿਸਾਨਾਂ ਦਾ ਮਿੱਟੀ ਪੁੱਟਣ ਅਤੇ ਫਿਰ ਬੀਜ ਬੀਜਣ ਦੇ ਪਿੱਛੇ ਇੱਕ ਕਾਰਨ ਹੈ। ਬਿਨਾਂ ਸਮਝੇ ਸਿਰਫ ਪਰਮੇਸ਼ਵਰ ਦੇ ਕੰਮ ਨੂੰ ਦੇਖਣ ਨਾਲ ਅਸੀਂ ਇਹ ਸੋਚਾਂਗੇ, ਜੇਕਰ ਪਰਮੇਸ਼ਵਰ ਦੀ ਮੌਜੂਦਗੀ ਹੈ ਤਦ ਅਜਿਹਾ ਕਿਉਂ ਹੁੰਦਾ ਹੈ। ਜਦੋਂ ਅਸੀਂ ਆਪਣੇ ਖੁਦ ਦੇ ਨਜ਼ਰੀਏ ਜਾਂ ਨਿਆਂ ਕਰਨ ਦੇ ਮਾਨਕ ਦੇ ਆਧਾਰ ਤੇ ਪਰਮੇਸ਼ਵਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਦ ਅਜਿਹੇ ਕਈ ਹਾਲਾਤ ਹੋਣਗੇ ਜਿਨ੍ਹਾਂ ਨੂੰ ਅਸੀਂ ਸਮਝ ਨਹੀਂ ਸਕਦੇ। ਉਹਨਾਂ ਵਿੱਚੋਂ ਇੱਕ ਪ੍ਰਸਿੱਧ ਕਹਾਣੀ ਹੈ ਕਿ ਕੂਚ ਦੇ ਸਮੇਂ ਵਿੱਚ ਪਰਮੇਸ਼ਵਰ ਨੇ ਲਾਲ ਸਮੁੰਦਰ ਵਿੱਚ ਇਜ਼ਰਾਈਲੀਆਂ ਦੀ ਅਗਵਾਈ ਕੀਤੀ ਸੀ। ਭਾਵੇਂ ਇਜ਼ਰਾਈਲੀਆਂ ਦੇ ਆਲੇ ਦੁਆਲੇ ਇੱਕ ਬਹੁਤ ਵੱਡੀ ਭੂਮੀ ਸੀ, ਪਰ ਪਰਮੇਸ਼ਵਰ ਨੇ ਲਾਲ ਸਮੁੰਦਰ ਤੱਕ ਉਹਨਾਂ ਦੀ ਅਗਵਾਈ ਕੀਤੀ ਅਤੇ ਇੱਕ ਨਿਰਾਸ਼ਾਜਨਕ ਹਾਲਾਤ ਪੈਦਾ ਕੀਤੇ। ਉਹਨਾਂ ਨੇ ਅਜਿਹਾ ਕਿਉਂ ਕੀਤਾ? ਹੋਰ ਵੀ ਕਈ ਚੰਗੇ ਰਾਹ ਸੀ ਜੋ ਉਹ ਕਨਾਨ ਜਾਣ ਦੇ ਰਾਹ ਉੱਤੇ ਜਾਣ ਲਈ ਲੈ ਸਕਦੇ ਸੀ। ਹਾਲਾਂਕਿ ਪਰਮੇਸ਼ਵਰ ਨੇ ਜੰਗਲ ਦੇ ਜ਼ਰੀਏ ਉਹਨਾਂ ਦੀ ਅਗਵਾਈ ਕਰਨ ਦਾ ਚੁਣਾਵ ਕੀਤਾ। ਬਹੁਤ ਸਾਰੇ ਅਲੱਗ-ਅਲੱਗ ਪਲ ਸੀ ਜਿਸ ਨੂੰ ਇਜ਼ਰਾਈਲੀ ਬਸ ਨਹੀਂ ਸਮਝ ਸਕੇ। ਹਾਲਾਂਕਿ ਉਹਨਾਂ ਦੀ ਯਾਤਰਾ ਦੇ ਅੰਤਮ ਨਤੀਜੇ ਨੂੰ ਦੇਖ ਕੇ ਅਸੀਂ ਸਾਰੇ ਕੀ ਮਹਿਸੂਸ ਕਰ ਸਕਦੇ ਹਾਂ? ਆਖਰਕਾਰ ਇੱਕ ਸਮੇਂ ਆਇਆ ਜਦੋਂ ਛੋਟੇ ਭਰਾ ਨੂੰ ਕਿਸਾਨਾਂ ਦੇ ਹਰ ਕੰਮ ਦੇ ਪਿੱਛੇ ਦਾ ਕਾਰਨ ਮਹਿਸੂਸ ਹੋਇਆ। ਉਸੇ ਤਰ੍ਹਾਂ ਉਹ ਦਿਨ ਪੱਕਾ ਆਵੇਗਾ ਜਦੋਂ ਅਸੀਂ ਆਪਣੇ ਜੀਵਨ ਦੇ ਹਰੇਕ ਪਲ ਵਿੱਚ ਪਰਮੇਸ਼ਵਰ ਨੇ ਜੋ ਕੀਤਾ ਹੈ ਉਸ ਦੇ ਕਾਰਨ ਨੂੰ ਸਮਝਾਂਗੇ, ਭਾਵੇਂ ਅਸੀਂ ਇਸ ਨੂੰ ਹੁਣ ਨਹੀਂ ਸਮਝ ਸਕਦੇ। ਇਸ ਲਈ ਸਾਨੂੰ ਬਚਾਏ ਜਾਣ ਲਈ ਆਪਣਾ ਵਿਸ਼ਵਾਸ ਕਦੋਂ ਤੱਕ ਰੱਖਣਾ ਚਾਹੀਦਾ ਹੈ? ਅੰਤ ਤੱਕ। ਇੱਕ ਯਾਤਰਾ ਉੱਤੇ ਜਾਣ ਵਾਲਿਆਂ ਵਿੱਚੋਂ ਵੱਡੇ ਭਰਾ ਵਰਗੇ ਲੋਕ ਹਨ ਜੋ ਸੋਚਦੇ ਹਨ ਇਹ ਅਜੀਬ ਹੈ ਅਤੇ ਅੱਧੇ ਰਾਹ ਵਿੱਚ ਹੀ ਉਸ ਨੂੰ ਛੱਡ ਦਿੰਦੇ ਹਨ। ਅਜਿਹੇ ਲੋਕ ਕਦੇ ਵੀ ਪਰਮੇਸ਼ਵਰ ਦੇ ਮਕਸਦ ਨੂੰ ਨਹੀਂ ਸਮਝਣਗੇ। ਇਸ ਦੇ ਉਲਟ ਛੋਟਾ ਭਰਾ ਕਿਸਾਨਾਂ ਦੇ ਹਰੇਕ ਕੰਮ ਦਾ ਕਾਰਨ ਸਮਝਣ ਵਿੱਚ ਕਾਬਲ ਸੀ, ਕਿਉਂਕਿ ਉਹ ਅੰਤ ਤੱਕ ਬਣਿਆ ਰਿਹਾ। ਪਰਮੇਸ਼ਵਰ ਜੋ ਕੁਝ ਕਰਦੇ ਹਨ ਉਸ ਦੇ ਪਿੱਛੇ ਕੀ ਹੈ? ਪਰਮੇਸ਼ਵਰ ਦੇ ਹਰੇਕ ਕੰਮ ਦਾ ਇੱਕ ਕਾਰਨ ਹੈ। ਪਰਮੇਸ਼ਵਰ ਕਿਸਾਨ ਹਨ ਅਤੇ ਅਸੀਂ ਅੰਗੂਰ ਦੀਆਂ ਟਹਿਣੀਆਂ ਹਾਂ। ਕੀ ਇਸ ਤਰ੍ਹਾਂ ਬਾਈਬਲ ਪਰਮੇਸ਼ਵਰ ਅਤੇ ਸਾਡੇ ਵਿਚਕਾਰ ਦੇ ਸੰਬੰਧਾਂ ਦਾ ਵਰਣਨ ਨਹੀਂ ਕਰਦੀ? ਕੋਵਿਡ-19 ਦੇ ਕਾਰਨ ਪੂਰੀ ਦੁਨੀਆ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਆਸਾਨੀ ਨਾਲ ਨਹੀਂ ਮਿਲ ਸਕਦੇ ਜਿਨ੍ਹਾਂ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ, ਜਾਂ ਉਹਨਾਂ ਜਗ੍ਹਾ ਉੱਤੇ ਨਹੀਂ ਜਾ ਸਕਦੇ ਜਿੱਥੇ ਅਸੀਂ ਜਾਣਾ ਚਾਹੁੰਦੇ ਹਾਂ। ਹਾਲਾਂਕਿ ਆਤਮਿਕ ਕਿਸਾਨ ਪਰਮੇਸ਼ਵਰ ਦੇ ਇਸ ਮਕਸਦ ਪਿੱਛੇ ਪੱਕਾ ਇੱਕ ਕਾਰਨ ਹੈ। ਕੀ ਇਸ ਲਈ ਪਰਮੇਸ਼ਵਰ ਨੇ ਨਹੀਂ ਕਿਹਾ ਜੋ ਲੋਕ ਅੰਤ ਤੱਕ ਪਾਲਨ ਕਰਦੇ ਹਨ, ਜੋ ਅੰਤ ਤੱਕ ਯਰੂਸ਼ਲਮ ਵਿੱਚ ਰਹਿੰਦੇ ਹਨ, ਉਹਨਾਂ ਨੂੰ ਪਵਿੱਤਰ ਕਿਹਾ ਜਾਵੇਗਾ? ਇਸ ਤਰ੍ਹਾਂ ਦੇ ਕਈ ਮਾਮਲੇ ਹਨ ਜੋ ਇਸ ਸਮੇਂ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਕੁਝ ਲੋਕ ਵਿੱਤੀ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਹੋਣਗੇ ਅਤੇ ਕੁਝ ਲੋਕ ਗਿਆਨ ਦੀ ਘਾਟ ਹੋਣ ਕਰਕੇ ਕਈ ਨੁਕਸਾਨ ਸਹਿ ਰਹੇ ਹੋਣਗੇ। ਅਜਿਹੇ ਲੋਕ ਵੀ ਹਨ ਜੋ ਆਪਣੇ ਵਿਸ਼ਵਾਸ ਦੀ ਕਮੀ ਕਰਕੇ ਮੁਸ਼ਕਲਾਂ ਤੋਂ ਲੰਘ ਰਹੇ ਹਨ, ਅਤੇ ਕੁਝ ਲੋਕ ਅਜਿਹੇ ਵੀ ਹਨ ਜੋ ਆਪਣੇ ਆਲੇ ਦੁਆਲੇ ਦੇ ਲੋਕਾਂ ਕਰਕੇ ਕੀਤੇ ਜਾ ਰਹੇ ਸੰਘਰਸ਼ਾਂ ਦੁਆਰਾ ਸ਼ੁੱਧ ਹੋ ਰਹੇ ਹਨ। ਆਪਣੇ ਵਿਸ਼ਵਾਸ ਦੇ ਜੀਵਨ ਨੂੰ ਜਿਉਂਦੇ ਹੋਏ ਸਾਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਦੁਆਰਾ ਤੰਗ ਪਰੇਸ਼ਾਨ ਜਾਂ ਹੋਰ ਅਣਚਾਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਜਿਵੇਂ ਕਿ ਅੱਜ ਦਾ ਸਿਰਲੇਖ ਦੱਸਦਾ ਹੈ, ਪਰਮੇਸ਼ਵਰ ਦੇ ਮਕਸਦ ਪਿੱਛੇ ਕਾਰਨ ਹੁੰਦੇ ਹਨ। ਸਾਡੇ ਪਰਮੇਸ਼ਵਰ ਇਸ ਧਰਤੀ ਦਾ ਮਨਮਾਨੇ ਢੰਗ ਨਾਲ ਪ੍ਰਬੰਧ ਨਹੀਂ ਕਰਦੇ। ਪਰਮੇਸ਼ਵਰ ਸਾਨੂੰ ਕਦੀ ਗਲਤ ਰਾਹ ਉੱਤੇ ਨਹੀਂ ਲੈ ਕੇ ਜਾਣਗੇ। ਇਸ ਸਮੇਂ ਦੇ ਦੌਰਾਨ ਸਾਨੂੰ ਸਾਰਿਆਂ ਨੂੰ ਪੱਕਾ ਯਕੀਨ ਕਰਨਾ ਚਾਹੀਦਾ ਹੈ ਕਿ ਪਰਮੇਸ਼ਵਰ ਸਾਨੂੰ ਸਦਾ ਖੁਸ਼ਹਾਲ ਅੰਤ ਵੱਲ ਲੈ ਜਾਣਗੇ। ਜੰਗਲੀ ਬੀਜ ਅਤੇ ਕਣਕ ਦੇ ਦ੍ਰਿਸ਼ਟਾਂਤ ਦੇ ਦੁਆਰਾ ਪਰਮੇਸ਼ਵਰ ਨੇ ਸਮਝਾਇਆ ਕਿ ਜੰਗਲੀ ਬੀਜ ਦੀਆਂ ਪੂਲੀਆਂ ਬੰਨੀਆਂ ਜਾਣਗੀਆਂ ਅਤੇ ਕਣਕ ਨੂੰ ਇਕੱਠਾ ਕੀਤਾ ਜਾਵੇਗਾ। ਪਰਮੇਸ਼ਵਰ ਕਣਕ ਨੂੰ ਕਿੱਥੇ ਲਿਆਉਣਗੇ? ਆਪਣੇ ਕੋਠੇ ਵਿੱਚ। ਜੰਗਲੀ ਬੀਜ ਅਤੇ ਕਣਕ ਦੇ ਦ੍ਰਿਸ਼ਟਾਂਤ ਦੁਆਰਾ ਅਸੀਂ ਉਸ ਰਾਹ ਨੂੰ ਸਮਝ ਸਕਦੇ ਹਾਂ ਜਿਸ ਵਿੱਚ ਪਰਮੇਸ਼ਵਰ ਸਾਡੀ ਅਗਵਾਈ ਕਰ ਰਹੇ ਹਨ। ਭਾਵ ਇਹ ਕਿ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਪਰਮੇਸ਼ਵਰ ਸਾਨੂੰ ਉਤਸੁਕਤਾ ਨਾਲ ਸਵਰਗ ਵਿੱਚ ਲਿਜਾਣਾ ਚਾਹੁੰਦੇ ਹਨ।
ਇਸ ਪ੍ਰਕਿਰਿਆ ਦੁਆਰਾ ਅਸੀਂ ਕਈ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਾਂਗੇ, ਜਿੱਥੇ ਅਸੀਂ ਉਹਨਾਂ ਤਜਰਬਿਆਂ ਤੋਂ ਗੁਜ਼ਰਾਂਗੇ ਜਿਨ੍ਹਾਂ ਨੂੰ ਅਸੀਂ ਸਮਝ ਨਹੀਂ ਸਕਾਂਗੇ ਜਾਂ ਪਸੰਦ ਨਹੀਂ ਕਰਾਂਗੇ। ਹਾਲਾਂਕਿ ਪਰਮੇਸ਼ਵਰ ਦੇ ਮਕਸਦ ਅੰਦਰ ਹਰ ਗੱਲ ਦੇ ਪਿੱਛੇ ਕਾਰਨ ਹੈ। ਸਾਨੂੰ ਇਸ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਮੇਰਾ ਜੀਵਨ ਇੰਨਾ ਮੁਸ਼ਕਿਲ ਕਿਉਂ ਹੈ? ਇਸ ਤਰ੍ਹਾਂ ਕਿਉਂ ਹੈ ਕਿ ਸਿਰਫ ਮੈਨੂੰ ਇੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਭਾਵੇਂ ਲੱਖਾਂ ਚੀਜ਼ਾਂ ਲਗਾਤਾਰ ਵਾਪਰ ਰਹੀਆਂ ਹਨ, ਪਰ ਉਹਨਾਂ ਸਾਰਿਆਂ ਦੇ ਕਾਰਨ ਹੁੰਦੇ ਹਨ। ਕਿਸਾਨਾਂ ਦੇ ਹਰੇਕ ਕੰਮ ਪਿੱਛੇ ਇੱਕ ਪੱਕਾ ਕਾਰਨ ਸੀ। ਪਰਮੇਸ਼ਵਰ ਨੇ ਜੰਗਲੀ ਬੀਜ ਅਤੇ ਕਣਕ ਦੇ ਦ੍ਰਿਸ਼ਟਾਂਤ ਦੁਆਰਾ ਕਿਹਾ ਕਿ ਉਹ ਸਾਨੂੰ ਸਵਰਗੀ ਕੋਠੇ ਵਿੱਚ ਲਿਜਾਣਗੇ। ਇਸ ਦ੍ਰਿਸ਼ਟਾਂਤ ਦੁਆਰਾ ਕਿ ਅਸੀਂ ਸਾਨੂੰ ਸਵਰਗ ਦੇ ਰਾਜ ਵਿੱਚ ਲਿਜਾਣ ਦੀ ਪਰਮੇਸ਼ਵਰ ਦੀ ਮਰਜ਼ੀ ਨੂੰ ਨਹੀਂ ਦੇਖ ਸਕਦੇ। ਫਿਰ ਉਹ ਇੱਕ ਚੀਜ਼ ਕੀ ਹੈ ਜਿਸ ਨੂੰ ਅਸੀਂ ਆਪਣੇ ਨਾਲ ਸਵਰਗ ਲਿਜਾ ਸਕਦੇ ਹਾਂ? ਪ੍ਰਕਾਸ਼ ਦੀ ਪੋਥੀ 21 ਵਚਨ 4 ਦੇ ਅਨੁਸਾਰ ਅਸੀਂ ਮੌਤ ਨੂੰ ਆਪਣੇ ਨਾਲ ਸਵਰਗ ਨਹੀਂ ਲਿਜਾ ਸਕਦੇ, ਕਿਉਂਕਿ ਸਵਰਗ ਵਿੱਚ ਮੌਤ ਦੀ ਮੌਜੂਦਗੀ ਨਹੀਂ ਹੈ। ਇਸ ਲਈ ਸਾਨੂੰ ਸਵਰਗ ਮੁੜਨ ਤੋਂ ਪਹਿਲਾਂ ਸਦੀਪਕ ਜੀਵਨ ਪ੍ਰਾਪਤ ਕਰਨਾ ਚਾਹੀਦਾ ਹੈ। ਪਰਮੇਸ਼ਵਰ ਨੇ ਸਾਨੂੰ ਸਦੀਪਕ ਜੀਵਨ ਦਾ ਇਨਾਮ ਦੇਣ ਲਈ ਵਿਸ਼ਵਾਸ ਦੇ ਅਣਗਿਣਤ ਪੁਰਖਿਆਂ ਨੂੰ ਨਿਯੁਕਤ ਕੀਤਾ। ਉਹ ਵਿਸ਼ਵਾਸ ਦੇ ਪੁਰਖੇ ਕਦੀ-ਕਦੀ ਮੂਰਤੀ ਪੂਜਾ ਵਿੱਚ ਪੈ ਜਾਂਦੇ ਸੀ ਅਤੇ ਕਦੀ-ਕਦੀ ਆਪਣੇ ਭ੍ਰਿਸ਼ਟ ਕੰਮਾਂ ਕਰਕੇ, ਜਿਸ ਤੋਂ ਪਰਮੇਸ਼ਵਰ ਖੁਸ਼ ਨਹੀਂ ਹੁੰਦੇ ਸੀ, ਨਾਸ ਹੋ ਜਾਂਦੇ ਸੀ। ਪਰ ਬਾਅਦ 'ਚ ਉਹਨਾਂ ਦੀ ਪੀੜ੍ਹੀ ਪੈਦਾ ਹੋਈ ਅਤੇ ਪਰਮੇਸ਼ਵਰ ਦੇ ਪ੍ਰਤੀ ਸਹੀ ਵਿਸ਼ਵਾਸ ਰੱਖਣ ਕਰਕੇ ਆਸ਼ੀਸ਼ ਪਾਈ। ਕਿ ਇਹ ਮਾਮਲਾ 6000 ਸਾਲਾਂ ਤੋਂ ਵਾਰ-ਵਾਰ ਦੁਹਰਾਇਆ ਨਹੀਂ ਜਾ ਰਿਹਾ? ਪਵਿੱਤਰ ਆਤਮਾ ਦੇ ਇਸ ਅੰਤਿਮ ਯੁੱਗ ਵਿੱਚ, ਜਿਸ ਯੁੱਗ ਵਿੱਚ ਅੱਜ ਅਸੀਂ ਜੀ ਰਹੇ ਹਾਂ, ਕਿ ਪਰਮੇਸ਼ਵਰ ਨੇ ਸਾਨੂੰ ਸਵਰਗੀ ਮਾਤਾ ਜੀ ਪ੍ਰਦਾਨ ਨਹੀਂ ਕੀਤੇ, ਜੋ ਹੁਣ ਸਾਨੂੰ ਸਦੀਪਕ ਜੀਵਨ ਵੱਲ ਲਿਜਾ ਰਹੇ ਹਨ। ਪਰਮੇਸ਼ਵਰ ਨੇ ਸਾਨੂੰ ਸਿਖਾਇਆ ਕਿ ਅਸੀਂ ਮਾਤਾ ਜੀ ਤੋਂ ਬਿਨਾਂ ਸਦੀਪਕ ਜੀਵਨ ਪ੍ਰਾਪਤ ਨਹੀਂ ਕਰ ਸਕਦੇ। ਇਹ ਅਨਮੋਲ ਸਿੱਖਿਆ ਅਬਰਾਮ ਦੇ ਸਮੇਂ ਜਾਂ ਮੂਸਾ ਦੇ ਸਮੇਂ ਵਿੱਚ ਪ੍ਰਗਟ ਕੀਤੀ ਜਾ ਸਕਦੀ ਸੀ। ਪਰਮੇਸ਼ਵਰ ਜਨਤਕ ਤੌਰ ਤੇ ਇਸ ਸਿੱਖਿਆ ਨੂੰ ਆਪਣੇ ਪਹਿਲੀ ਵਾਰ ਆਉਣ ਤੇ ਪ੍ਰਗਟ ਕਰ ਸਕਦੇ ਸੀ, ਪਰ ਬਾਈਬਲ ਦੀ 6000 ਸਾਲ ਦੀ ਲੰਬੀ ਭਵਿੱਖਬਾਣੀ ਦੇ ਅਨੁਸਾਰ ਇਸ ਨੂੰ ਕਦੋਂ ਪ੍ਰਗਟ ਹੋਣਾ ਚਾਹੀਦਾ ਹੈ? ਕਿਉਂਕਿ ਉਹਨਾਂ ਨੂੰ 6000 ਸਾਲਾਂ ਦੇ ਅੰਤ ਵਿੱਚ ਪ੍ਰਗਟ ਹੋਣਾ ਚਾਹੀਦਾ ਹੈ। ਇਸ ਲਈ ਕਿ ਉਹ ਇਸ ਯੁੱਗ ਵਿੱਚ ਨਹੀਂ ਆਏ ਹਨ ਜਿਸ ਵਿੱਚ ਤੁਸੀਂ ਤੇ ਮੈਂ ਹੁਣ ਜੀ ਰਹੇ ਹਾਂ। ਸਭ ਕੁਝ ਹੋਣ ਦਾ ਇੱਕ ਕਾਰਨ ਹੈ। ਇਸ ਲਈ ਪਰਮੇਸ਼ਵਰ ਨੇ ਕਿਹਾ, ਜੋ ਸਿਯੋਨ ਵਿੱਚ ਬਚੇ ਰਹਿਣਗੇ, ਜੋ ਅੰਤ ਤੱਕ ਯਰੂਸ਼ਲਮ ਵਿੱਚ ਰਹਿਣਗੇ, ਉਹ ਪਵਿੱਤਰ ਕਹਾਏ ਜਾਣਗੇ। ਜਦੋਂ ਅਸੀਂ ਅੰਤ ਤੱਕ ਦ੍ਰਿੜ ਰਹਾਂਗੇ, ਫਿਰ ਅਸੀਂ ਪਰਮੇਸ਼ਵਰ ਦੇ ਪ੍ਰਬੰਧਨ ਪਿੱਛੇ ਦੇ ਕਾਰਨਾਂ ਨੂੰ ਸਮਝ ਸਕਦੇ ਹਾਂ। 2000 ਸਾਲ ਪਹਿਲਾਂ ਜਦੋਂ ਯੀਸ਼ੂ ਪਤਰਸ ਦੇ ਪੈਰ ਧੋਣ ਵਾਲੇ ਸੀ, ਤਦ ਉਸਨੇ ਪਹਿਲਾਂ ਉਸ ਦਾ ਇਨਕਾਰ ਕੀਤਾ, ਪਰ ਬਾਅਦ ਵਿੱਚ ਉਸਨੇ ਕਿਹਾ, ਮੇਰੇ ਪੈਰ ਹੀ ਨਹੀਂ ਸਗੋਂ ਹੱਥ ਅਰ ਸਿਰ ਵੀ ਧੋ। ਉਸ ਪਲ ਯੀਸ਼ੂ ਨੇ ਉਸ ਨੂੰ ਕਿਹਾ, ਜੋ ਮੈਂ ਕਰਦਾ ਹਾਂ ਸੋ ਤੂੰ ਹੁਣ ਨਹੀਂ ਜਾਣਦਾ, ਪਰ ਇਹਦੇ ਪਿੱਛੋਂ ਸਮਝੇਂਗਾ। ਸਾਡੇ ਲਈ ਵੀ ਅਜਿਹਾ ਹੀ ਹੈ। ਅਜਿਹੀਆਂ ਕਈ ਗੱਲਾਂ ਹਨ ਜਿਨ੍ਹਾਂ ਨੂੰ ਅਸੀਂ ਉਹਨਾਂ ਵੱਖ-ਵੱਖ ਰਾਹਾਂ ਉੱਤੇ ਨਹੀਂ ਸਮਝ ਸਕਦੇ ਜਿਨ੍ਹਾਂ ਤੇ ਪਰਮੇਸ਼ਵਰ ਸਾਨੂੰ ਲਿਜਾਂਦੇ ਹਨ। ਕੁਝ ਲੋਕ ਖੁਦ ਨੂੰ ਪੁੱਛ ਸਕਦੇ ਹਨ, ਜੇਕਰ ਪਰਮੇਸ਼ਵਰ ਦੀ ਅਸਲ ਵਿੱਚ ਮੌਜੂਦਗੀ ਹੈ ਤਦ ਕੀ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਾਂ ਫਿਰ ਉਸ ਤਰ੍ਹਾਂ ਨਹੀਂ ਕਰਨਾ ਚਾਹੀਦਾ? ਇਸ ਤਰ੍ਹਾਂ ਦੇ ਵਿਚਾਰਾਂ ਨਾਲ ਅਸੀਂ ਪਰਮੇਸ਼ਵਰ ਨੂੰ ਗਲਤ ਸਮਝਦੇ ਹਾਂ। ਪਰ ਪਰਮੇਸ਼ਵਰ ਅੰਤ ਵਿੱਚ ਸਾਡੀ ਅਗਵਾਈ ਕਿੱਥੇ ਕਰਨਾ ਚਾਹੁੰਦੇ ਹਨ? ਪਰਮੇਸ਼ਵਰ ਦੀ ਮਰਜ਼ੀ ਅਤੇ ਉਦੇਸ਼ ਸਾਨੂੰ ਸਵਰਗੀ ਕੋਠੇ ਵਿੱਚ ਅਗਵਾਈ ਕਰਨਾ ਹੈ। ਇਸੇ ਲਈ ਪਰਮੇਸ਼ਵਰ ਨੇ ਇਸ ਯੁੱਗ ਵਿੱਚ ਸਵਰਗੀ ਮਾਤਾ ਜੀ ਨੂੰ ਭੇਜਿਆ ਅਤੇ ਸਾਨੂੰ ਉਹਨਾਂ ਬਾਰੇ ਜਾਣਨ ਦਿੱਤਾ, ਹੈ ਨਾ? ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 4 ਵਿੱਚ ਇਸ ਦਾ ਅਧਿਐਨ ਕਰੀਏ। ਅਧਿਆਇ 4 ਵਚਨ 10 ਵਿੱਚ ਇਹ ਲਿਖਿਆ ਹੈ, ਤਾਂ 24 ਬਜ਼ੁਰਗ ਉਹਦੇ ਅੱਗੇ ਜਿਹੜਾ ਸਿੰਘਾਸਨ ਉੱਤੇ ਬਿਰਾਜਮਾਨ ਹੈ ਡਿੱਗ ਪੈਣਗੇ ਅਤੇ ਉਹਨੂੰ ਜਿਹੜਾ ਜੁਗੋ ਜੁਗ ਜਿਉਂਦਾ ਹੈ ਮੱਥਾ ਟੇਕਣਗੇ ਅਤੇ ਇਹ ਆਖਦਿਆਂ ਆਪਣੇ ਮੁਕੁਟ ਸਿੰਘਾਸਨ ਦੇ ਅੱਗੇ ਸੁੱਟਣਗੇ, ਹੇ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ਵਰ, ਤੂੰ ਮਹਿਮਾ, ਮਾਣ ਅਤੇ ਸਮਰੱਥਾ ਲੈਣ ਦੇ ਯੋਗ ਹੈ। ਤੈਂ ਜੋ ਸਾਰੀਆਂ ਵਸਤਾਂ ਰਚੀਆਂ ਅਤੇ ਉਹ ਤੇਰੀ ਹੀ ਇੱਛਿਆਂ ਨਾਲ ਹੋਈਆਂ ਅਤੇ ਰਚੀਆਂ ਗਈਆਂ। ਜਦੋਂ ਵੀ ਮੈਂ ਇਹ ਵਚਨ ਪੜ੍ਹਦਾ ਹਾਂ, ਇਹ ਬਹੁਤ ਆਨੰਦਮਈ ਅਤੇ ਰਹੱਸਮਈ ਹੈ। ਉਹ ਤੇਰੀ ਹੀ ਇੱਛਿਆਂ ਨਾਲ ਹੋਈਆਂ ਅਤੇ ਰਚੀਆਂ ਗਈਆਂ। ਪਰਮੇਸ਼ਵਰ ਦੀ ਸ੍ਰਿਸ਼ਟੀ ਦੇ ਮਕਸਦ ਪਿੱਛੇ ਹਮੇਸ਼ਾ ਇੱਕ ਕਾਰਨ ਹੈ। ਪਰਮੇਸ਼ਵਰ ਆਪਣੇ ਪ੍ਰਬੰਧਨ ਨੂੰ ਮਨ ਵਿੱਚ ਇੱਕ ਉਦੇਸ਼ ਨਾਲ ਕਰਦੇ ਹਨ। ਉਹ ਕੁਝ ਨਿਰਧਾਰਿਤ ਕਾਰਨਾਂ ਨਾਲ ਸਾਡੇ ਆਲੇ ਦੁਆਲੇ ਦੇ ਹਾਲਾਤਾਂ ਨੂੰ ਬਣਾਉਂਦੇ ਹਨ ਅਤੇ ਸਾਡੇ ਲਈ ਸਵਰਗ ਜਾਣ ਲਈ ਸਭ ਤੋਂ ਉਚਿਤ ਹਾਲਾਤ ਬਣਾਉਂਦੇ ਹਨ। ਮੈਂ ਤੁਹਾਨੂੰ ਇਸ ਦੇ ਬਾਰੇ ਵਿੱਚ ਇੱਕ ਵਾਰ ਪਹਿਲਾਂ ਦੱਸਿਆ ਸੀ। ਅਜਿਹੇ ਲੋਕ ਹਨ ਜੋ ਉੱਤਰੀ ਸਾਗਰ ਵਿੱਚ ਹਿਲਸਾ ਮੱਛੀ ਫੜਦੇ ਹਨ ਅਤੇ ਉਹਨਾਂ ਨੂੰ ਜ਼ਮੀਨ ਤੇ ਲਿਆਉਂਦੇ ਹਨ। ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਲਿਜਾਣ ਵਿੱਚ ਕਾਫੀ ਲੰਬਾ ਸਮਾਂ ਲੱਗਦਾ ਹੈ। ਜੇਕਰ ਉਹ ਸਿਰਫ ਹਿਲਸਾ ਮੱਛੀ ਲਿਆਉਂਦੇ ਹਨ ਤਦ ਉਹਨਾਂ ਵਿੱਚੋਂ ਜ਼ਿਆਦਾਤਰ ਰਾਹ ਵਿੱਚ ਹੀ ਮਰ ਜਾਂਦੀਆਂ ਹਨ। ਬਾਜ਼ਾਰ ਵਿੱਚ ਮੱਛੀ ਵੇਚਦੇ ਸਮੇਂ ਮਰੀਆਂ ਹੋਈਆਂ ਮੱਛੀਆਂ ਜਿਉਂਦੀਆਂ ਮੱਛੀਆਂ ਦੀ ਤੁਲਨਾ ਵਿੱਚ
ਘੱਟ ਕੀਮਤੀ ਹਨ। ਕਾਫੀ ਵਿਚਾਰ ਵਟਾਂਦਰੇ ਤੋਂ ਬਾਅਦ ਮਛੇਰਿਆਂ ਨੇ ਹਿਲਸਾ ਮੱਛੀਆਂ ਨੂੰ ਉਹਨਾਂ ਦੇ ਕੁਦਰਤੀ ਦੁਸ਼ਮਣਾਂ ਨਾਲ ਲਿਜਾਣ ਦਾ ਫੈਸਲਾ ਕੀਤਾ। ਕੈਟਫਿਸ਼ ਅਤੇ ਗ੍ਰੇ ਮੁਲੇਤ ਹਿਲਸਾ ਮੱਛੀਆਂ ਦੇ ਕੁਦਰਤੀ ਦੁਸ਼ਮਣ ਹਨ। ਜਦੋਂ ਗ੍ਰੇ ਮੁਲੇਤ ਨੂੰ ਹਿਲਸਾ ਮੱਛੀਆਂ ਦੇ ਨਾਲ ਰੱਖਿਆ ਗਿਆ ਤਦ ਉਹਨਾਂ ਵਿੱਚੋਂ 99% ਨਹੀਂ ਮਰੀਆਂ। ਦੂਸਰੇ ਪਾਸੇ ਜਦੋਂ ਉਹ ਉਹਨਾਂ ਦੇ ਕੁਦਰਤੀ ਦੁਸ਼ਮਣਾਂ ਤੋਂ ਬਿਨਾਂ ਉਹਨਾਂ ਨੂੰ ਲਿਆਏ ਤਦ ਉਹਨਾਂ ਵਿੱਚੋਂ ਜ਼ਿਆਦਾਤਰ ਜ਼ਮੀਨ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਮਰ ਗਈਆਂ। ਪਰਮੇਸ਼ਵਰ ਵੀ ਆਪਣੀਆਂ ਸੰਤਾਨਾਂ ਨੂੰ ਸਵਰਗੀ ਕੋਠੇ ਵਿੱਚ ਲਿਜਾਣ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਦਿੰਦੇ ਹਨ। ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਸਾਨੂੰ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਦੇਣ ਵਿੱਚ ਪਰਮੇਸ਼ਵਰ ਦੀ ਕੀ ਮਰਜ਼ੀ ਹੈ? ਸਾਨੂੰ ਇਸ ਸੰਦੇਸ਼ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਜੋ ਪਰਮੇਸ਼ਵਰ ਸਾਨੂੰ ਮੁਸ਼ਕਲਾਂ ਦੁਆਰਾ ਭੇਜ ਰਹੇ ਹਨ। ਇਹਨਾਂ ਮੁਸ਼ਕਲਾਂ ਉੱਤੇ ਜਿੱਤ ਪਾਉਣ ਨਾਲ ਤੁਸੀਂ ਸਵਰਗ ਦੇ ਰਾਜ ਵਿੱਚ ਪਹੁੰਚ ਜਾਓਗੇ। ਜੇਕਰ ਪਰਮੇਸ਼ਵਰ ਸਿਰਫ ਹਿਲਸਾ ਮੱਛੀ ਬਣਾਉਂਦੇ ਤਦ ਸਾਡੇ ਲਈ ਤਾਜ਼ਾ ਸਮੁੰਦਰੀ ਭੋਜਨ ਖਾਣਾ ਮੁਸ਼ਕਿਲ ਹੋ ਜਾਂਦਾ। ਉਹਨਾਂ ਦੇ ਕੁਦਰਤੀ ਦੁਸ਼ਮਣਾਂ ਦਾ ਧੰਨਵਾਦ ਜੋ ਇੱਕ ਅਜਿਹਾ ਵਾਤਾਵਰਣ ਬਣਿਆ ਜਿਸ ਦੁਆਰਾ ਉਹਨਾਂ ਨੂੰ ਜਿੰਦਾ ਲਿਜਾਇਆ ਜਾ ਸਕਦਾ ਸੀ। ਇਸ ਨੂੰ ਦੇਖ ਕੇ ਸਾਨੂੰ ਆਪਣੇ ਆਲੇ ਦੁਆਲੇ ਹੋਣ ਵਾਲੀ ਵੱਖ-ਵੱਖ ਮੁਸ਼ਕਲਾਂ ਕਰਕੇ ਹਾਰ ਨਹੀਂ ਮੰਨਣੀ ਚਾਹੀਦੀ ਅਤੇ ਆਸ ਨਹੀਂ ਛੱਡਣੀ ਚਾਹੀਦੀ। ਕਿਰਪਾ ਕਰਕੇ ਇਸ ਨੂੰ ਪਰਮੇਸ਼ਵਰ ਦਾ ਰਾਹ ਮੰਨੋ ਜਿਸ ਵਿੱਚ ਸਾਨੂੰ ਕਿਹਾ ਗਿਆ ਤੁਹਾਨੂੰ ਅੰਤ ਤੱਕ ਆਪਣੇ ਵਿਸ਼ਵਾਸ ਨੂੰ ਜਿਉਂਦਾ ਰੱਖਣਾ ਚਾਹੀਦਾ ਹੈ ਅਤੇ ਸਵਰਗ ਦੇ ਰਾਜ ਵਿੱਚ ਮੁੜਨਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਪਰਮੇਸ਼ਵਰ ਦੀ ਇੱਛਾ ਦੀ ਵਿਆਖਿਆ ਕਰਨ ਦਾ ਸਹੀ ਤਰੀਕਾ ਹੈ। ਇਹ ਲਿਖਿਆ ਹੈ ਕਿ ਸਾਰੀਆਂ ਚੀਜ਼ਾਂ ਪਰਮੇਸ਼ਵਰ ਦੀ ਇੱਛਾ ਨਾਲ ਸਿਰਜੀਆਂ ਗਈਆਂ ਹਨ। ਫਿਰ ਅੱਜ ਆਓ ਅਸੀਂ ਪਰਮੇਸ਼ਵਰ ਦੀ ਸ੍ਰਿਸ਼ਟੀ ਦੇ ਮਕਸਦ ਪਿੱਛੇ ਕਾਰਨ ਇਸ ਉਪਦੇਸ਼ ਰਿਲੇਖ ਹੇਠ ਸਾਨੂੰ ਸਵਰਗੀ ਮਾਤਾ ਜੀ ਦੇਣ ਵਿੱਚ ਪਰਮੇਸ਼ਵਰ ਦੀ ਇੱਛਾ ਬਾਰੇ ਸਮਝੀਏ। ਆਓ ਅਸੀਂ ਉਤਪਤ ਅਧਿਆਇ 1 ਵਚਨ 26 ਵਿੱਚ ਪਰਮੇਸ਼ਵਰ ਦੇ ਵਚਨ ਪੜ੍ਹੀਏ। ਤਾਂ ਪਰਮੇਸ਼ਵਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਔਰ ਆਪਣੇ ਵਰਗਾ ਬਣਾਈਏ ਅਤੇ ਉਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੇ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਉੱਪਰ ਸਾਰੇ ਕਿਸਰਨ ਵਾਲਿਆਂ ਉੱਤੇ ਰਾਜ ਕਰਨ। ਸੋ ਪਰਮੇਸ਼ਵਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ਵਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ। ਨਰ ਨਾਰੀ ਉਸਨੇ ਉਹਨਾਂ ਨੂੰ ਉਤਪਤ ਕੀਤਾ। ਪਰਮੇਸ਼ਵਰ ਨੇ ਆਤਮਿਕ ਦੁਨੀਆ ਦੇ ਨਮੂਨੇ ਅਨੁਸਾਰ ਮਨੁੱਖ ਨੂੰ ਬਣਾਇਆ। ਪਰਮੇਸ਼ਵਰ ਨੇ ਕਿਹਾ ਕਿ ਉਹਨਾਂ ਨੇ ਆਪਣੇ ਸਰੂਪ ਵਿੱਚ ਮਨੁੱਖ ਨੂੰ ਬਣਾਇਆ। ਨਰ ਸਰੂਪ ਅਤੇ ਨਾਰੀ ਸਰੂਪ ਦੋਵੇਂ ਹੀ ਪਰਮੇਸ਼ਵਰ ਦੇ ਸਰੂਪ ਨਾਲ ਪੈਦਾ ਹੋਏ ਹਨ। ਇਸ ਦੇ ਦੁਆਰਾ ਕਿ ਅਸੀਂ ਇਹ ਨਹੀਂ ਸਮਝ ਸਕਦੇ ਕਿ ਪਰਮੇਸ਼ਵਰ ਦੇ ਸਰੂਪ ਵਿੱਚ ਨਰ ਸਰੂਪ ਅਤੇ ਨਾਰੀ ਸਰੂਪ ਦੋਵੇਂ ਹਨ। ਅੱਜ ਦੇ ਦਿਨ ਤੱਕ ਸਾਰੀ ਮਨੁੱਖ ਜਾਤੀ ਨੇ ਪਰਮੇਸ਼ਵਰ ਦੇ ਨਰ ਸਰੂਪ ਨੂੰ ਪਿਤਾ ਪਰਮੇਸ਼ਵਰ ਕਿਹਾ ਹੈ। ਜੇਕਰ ਅਸੀਂ ਪਰਮੇਸ਼ਵਰ ਦੇ ਨਰ ਸਰੂਪ ਨੂੰ ਸਾਡੇ ਪਿਤਾ ਕਹਿੰਦੇ ਹਾਂ ਤਦ ਕੁਦਰਤੀ ਰੂਪ ਨਾਲ ਸਾਨੂੰ ਪਰਮੇਸ਼ਵਰ ਦੇ ਨਾਰੀ ਸਰੂਪ ਨੂੰ ਕੀ ਕਹਿਣਾ ਚਾਹੀਦਾ ਹੈ? ਕਿ ਉਹਨਾਂ ਨੂੰ ਸਾਡੀ ਮਾਤਾ ਪਰਮੇਸ਼ਵਰ ਕਹਿਣਾ ਕੁਦਰਤੀ ਨਹੀਂ ਹੈ। ਜਦ ਤੁਸੀਂ ਧਰਤੀ ਉੱਤੇ ਇੱਕ ਪਿਤਾ ਅਤੇ ਇੱਕ ਮਾਤਾ ਦੀ ਯੋਗਤਾ ਉੱਤੇ ਨਜ਼ਰ ਪਾਉਂਦੇ ਹੋ ਫਿਰ ਅਸੀਂ ਆਸਾਨੀ ਨਾਲ ਦੇਖ ਸਕਦੇ ਹਾਂ ਕਿ ਪਿਤਾ ਆਪਣੇ ਬੱਚਿਆਂ ਨੂੰ ਜਨਮ ਦੇਣ ਵਿੱਚ ਅਸਮਰਥ ਹੁੰਦੇ ਹਨ। ਸਿਰਫ ਕਿਸ ਦੇ ਕੋਲ ਇਸ ਨੂੰ ਕਰਨ ਦੀ ਯੋਗਤਾ ਹੁੰਦੀ ਹੈ? ਬੱਚੇ ਨੂੰ ਜਨਮ ਦੇਣ ਦਾ ਮਤਲਬ ਹੈ ਬੱਚੇ ਨੂੰ ਜੀਵਨ ਦੇਣਾ। ਇਹ ਪਰਮੇਸ਼ਵਰ ਦਾ ਮਕਸਦ ਹੈ ਕਿ ਜੀਵਨ ਦੇਣ ਦੀ ਯੋਗਤਾ ਸਿਰਫ ਮਾਵਾਂ ਕੋਲ ਹੁੰਦੀ ਹੈ। ਸਾਨੂੰ ਸਵਰਗ ਦੇ ਧਾਰਮਿਕ ਸਿਧਾਂਤਾਂ ਦੀ ਥੋੜੀ ਬਹੁਤ ਸਮਝ ਦੇਣ ਲਈ ਪਰਮੇਸ਼ਵਰ ਨੇ ਇੱਕ ਸਰੀਰਕ ਪਰਿਵਾਰ ਬਣਾਇਆ ਜਿਸ ਵਿੱਚ ਪਿਤਾ, ਮਾਤਾ ਅਤੇ ਬੱਚੇ ਹੁੰਦੇ ਹਨ। ਜਦ ਯਿਸੂ ਧਰਤੀ ਉੱਤੇ ਆਏ ਤਾਂ ਉਹਨਾਂ ਨੇ ਸਵਰਗ ਜਾਣ ਤੋਂ ਪਹਿਲਾਂ ਸਪਸ਼ਟ ਰੂਪ ਨਾਲ ਸਾਨੂੰ ਜਾਣਨ ਦਿੱਤਾ ਕਿ ਪਰਮੇਸ਼ਵਰ ਸਾਡੇ ਪਿਤਾ ਹਨ ਅਤੇ ਅਸੀਂ ਪਿਤਾ ਅਤੇ ਮਾਤਾ ਜੀ ਦੇ ਪੁੱਤਰ ਅਤੇ ਧੀਆਂ ਹਾਂ। ਇਹਨਾਂ ਸਭ ਦੇ ਦੁਆਰਾ ਅਸੀਂ ਸਪਸ਼ਟ ਰੂਪ ਨਾਲ ਸਮਝ ਸਕਦੇ ਹਾਂ ਕਿ ਭਾਵੇਂ ਸਾਡੇ ਕੋਲ ਚੰਗਾ ਵਿਸ਼ਵਾਸ ਅਤੇ ਵੱਡਾ ਪਿਆਰ ਕਿਉਂ ਨਾ ਹੋਵੇ ਅਤੇ ਭਾਵੇਂ ਅਸੀਂ ਪਰਮੇਸ਼ਵਰ ਦੀ ਵਿਧੀਆਂ ਅਤੇ ਨਿਯਮਾਂ ਨੂੰ ਪੂਰੀ ਤਰ੍ਹਾਂ ਕਿਉਂ ਨਾ ਮਨਾਇਆ ਹੋਵੇ, ਜੇਕਰ ਸਾਡੇ ਕੋਲ ਮਾਤਾ ਜੀ ਨਾ ਹੋਣ ਜੋ ਸਾਨੂੰ ਸਦੀਪਕ ਜੀਵਨ ਦਾ ਵਾਅਦਾ ਕਰਦੇ ਹਨ ਤਦ ਅਸੀਂ ਕੁਝ ਵੀ ਨਹੀਂ ਹੋਵਾਂਗੇ। ਸਾਰੇ ਲੋਕੋ, ਇੱਕ ਨਾਵਲ ਦੇ ਸਭ ਤੋਂ ਦਿਲਚਸਪ ਭਾਗ ਨੂੰ ਤੁਸੀਂ ਕਿੱਥੇ ਪਾ ਸਕਦੇ ਹੋ? ਨਾਵਲ ਦੇ ਅੰਤ ਵਿੱਚ ਪ੍ਰਗਟ ਕੀਤਾ ਜਾਂਦਾ ਹੈ। ਪੂਰੀ ਸਾਜ਼ਿਸ਼ ਦੀ ਨਿਰਣਾਇਕ ਬਿੰਦੂ ਹਮੇਸ਼ਾ ਅੰਤ ਵਿੱਚ ਪ੍ਰਗਟ ਹੁੰਦੀ ਹੈ। ਠੀਕ ਉਸੇ ਤਰ੍ਹਾਂ ਜਦ ਅਸੀਂ ਅੰਤ ਤੱਕ ਆਪਣੇ ਵਿਸ਼ਵਾਸ ਉੱਤੇ ਕਾਇਮ ਰਹਿੰਦੇ ਹਾਂ ਤਦ ਅਸੀਂ ਸਮਝ ਸਕਦੇ ਹਾਂ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਉਂ ਹੋਈਆਂ। ਅਸੀਂ ਇਹ ਸਿੱਟਾ ਕੱਢਾਂਗੇ ਕਿ ਸਭ ਕੁਝ ਪਰਮੇਸ਼ਵਰ ਦੁਆਰਾ ਕੀਤਾ ਜਾ ਰਿਹਾ ਸੀ ਅਤੇ ਉਹਨਾਂ ਕੋਲ ਇਹ ਸਭ ਕਰਨ ਲਈ ਇੱਕ ਨਿਰਧਾਰਿਤ ਉਦੇਸ਼ ਸੀ।
ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 21 ਵਿੱਚ ਪਰਮੇਸ਼ਵਰ ਦੇ ਵਚਨ ਦੇਖੀਏ। ਅਧਿਆਇ 21 ਵਚਨ 9। ਜਿਨ੍ਹਾਂ 7 ਦੂਤਾਂ ਕੋਲ ਉਹ 7 ਕਟੋਰੇ ਸਨ ਅਤੇ ਜਿਹੜੇ ਛੇਕੜ ਦੀਆਂ 7 ਬਵਾਂ ਨੂੰ ਲਏ ਹੋਏ ਸਨ, ਉਹਨਾਂ ਵਿੱਚੋਂ ਇੱਕ ਨੇ ਆਣ ਕੇ ਮੇਰੇ ਨਾਲ ਗੱਲ ਕੀਤੀ, ਭਾਈ ਉਰੇ ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ। ਇੱਥੇ ਲੇਲੇ ਦਾ ਮਤਲਬ ਮਸੀਹ ਹੈ ਨਾ। ਮੈਂ ਤੈਨੂੰ ਲੇਲੇ ਦੀ ਪਤਨੀ ਵਿਖਾਵਾਂਗਾ। ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸਨੇ ਉਹ ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ਵਰ ਕੋਲੋਂ ਆਕਾਸ਼ੋਂ ਉਤਰਦੇ ਮੈਨੂੰ ਵਿਖਾਈ, ਜਿਹਦੇ ਵਿੱਚ ਪਰਮੇਸ਼ਵਰ ਦਾ ਤੇਜ ਸੀ। ਇਹ ਕਹਿਣ ਮਗਰੋਂ ਮੈਂ ਤੈਨੂੰ ਲਾੜੀ ਅਰਥਾਤ ਲੇਲੇ ਦੀ ਪਤਨੀ ਵਿਖਾਵਾਂਗਾ, ਸਵਰਗਦੂਤ ਨੇ ਯੋਹੰਨਾ ਨੂੰ ਪਵਿੱਤਰ ਨਗਰ ਯਰੂਸ਼ਲਮ ਵਿਖਾਇਆ। ਯਰੂਸ਼ਲਮ ਜਿਸ ਨੂੰ ਯੋਹੰਨਾ ਨੇ ਦੇਖਿਆ, ਬਾਈਬਲ ਵਿੱਚ ਕਿਸ ਨੂੰ ਸੰਕੇਤ ਕਰਦਾ ਹੈ? ਆਓ ਅਸੀਂ ਗਲਾਤੀਆਂ ਅਧਿਆਇ 4 ਖੋਲੀਏ, ਆਇਤ 26। ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ। ਉਹ ਕੌਣ ਹੈ? ਉਹ ਸਾਡੀ ਮਾਤਾ ਹੈ। ਆਮੀਨ। ਸਵਰਗ ਦੀ ਯਰੂਸ਼ਲਮ ਆਜ਼ਾਦ ਹੈ ਅਤੇ ਉਹ ਸਾਡੀ ਮਾਤਾ ਹੈ। ਪਰਮੇਸ਼ਵਰ ਨੇ ਲਾੜੀ ਲੇਲੇ ਦੀ ਪਤਨੀ ਨੂੰ ਦਿਖਾਇਆ। ਲੇਲੇ ਦੀ ਉਹ ਲਾੜੀ ਜਿਸ ਨੂੰ ਪਰਮੇਸ਼ਵਰ ਨੇ ਯੋਹੰਨਾ ਨੂੰ ਦਿਖਾਇਆ ਸੀ, ਉਹ ਯਰੂਸ਼ਲਮ ਸੀ। ਇਸ ਲਈ ਬਾਈਬਲ ਉੱਥੇ ਜਵਾਬ ਨਹੀਂ ਦਿੰਦੀ ਹੈ ਕਿ ਇਹ ਯਰੂਸ਼ਲਮ ਕੌਣ ਹੈ। ਫਿਰ ਵੀ ਗਲਾਤੀਆਂ ਦੀ ਕਿਤਾਬ ਅਧਿਆਇ 4 ਵਿੱਚ ਜੋੜੇ ਵਚਨ ਦੁਆਰਾ ਅਸੀਂ ਜੋੜ ਸਕਦੇ ਹਾਂ ਕਿ ਉਤਾਹਾਂ ਦੀ ਯਰੂਸ਼ਲਮ ਸਾਡੀ ਮਾਤਾ ਨੂੰ ਸੰਕੇਤ ਕਰਦਾ ਹੈ। ਦੂਸਰੇ ਸ਼ਬਦਾਂ ਵਿੱਚ, ਜਿਵੇਂ ਸਰੀਰਕ ਜੀਵਨ ਸਰੀਰਕ ਮਾਤਾ ਦੁਆਰਾ ਦਿੱਤਾ ਜਾਂਦਾ ਹੈ, ਠੀਕ ਉਸੇ ਤਰ੍ਹਾਂ ਸਾਡੀ ਆਤਮਿਕ ਮਾਤਾ ਤੋਂ ਬਿਨਾਂ ਆਤਮਿਕ ਸਦੀਪਕ ਜੀਵਨ ਕਦੇ ਨਹੀਂ ਦਿੱਤਾ ਜਾ ਸਕਦਾ। ਸਿਓਨ ਦੀਆਂ ਸਾਰੀਆਂ ਸੰਤਾਨਾਂ ਲਈ ਇਸ ਸੱਚਾਈ ਨੂੰ ਮਹਿਸੂਸ ਕਰਨਾ ਮਹੱਤਵਪੂਰਨ ਹੈ। ਜੇਕਰ ਸਾਨੂੰ ਸਦੀਪਕ ਜੀਵਨ ਨਾ ਦਿੱਤਾ ਜਾਵੇ ਤਾਂ ਕਿ ਅਸੀਂ ਸਵਰਗ ਜਾ ਸਕਦੇ ਹਾਂ। ਅਸੀਂ ਉੱਥੇ ਕਿਉਂ ਨਹੀਂ ਜਾ ਸਕਦੇ? ਸਵਰਗ ਇੱਕ ਇਸ ਤਰ੍ਹਾਂ ਦੀ ਦੁਨੀਆ ਹੈ ਜਿੱਥੇ ਕੋਈ ਮੌਤ ਨਹੀਂ ਹੈ। ਕੋਈ ਵੀ ਸਦੀਪਕ ਜੀਵਨ ਪਾਏ ਬਿਨਾਂ ਉਸ ਦੁਨੀਆ ਵਿੱਚ ਨਹੀਂ ਜਾ ਸਕਦਾ ਜਿੱਥੇ ਕੋਈ ਮੌਤ ਨਹੀਂ ਹੈ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਮਾਤਾ ਪਰਮੇਸ਼ਵਰ ਕਿਉਂ ਇਸ ਅੰਤਿਮ ਯੁੱਗ ਵਿੱਚ ਪ੍ਰਗਟ ਹੋਏ ਹਨ ਅਤੇ ਕਿਉਂ ਉਹ ਪਿਤਾ ਜੀ ਦੇ ਨਾਲ ਆਏ ਹਨ ਅਤੇ ਕਿਉਂ ਆਪਣੀਆਂ ਸੰਤਾਨਾਂ ਨੂੰ ਸਿਓਨ ਵਿੱਚ ਆਉਣ ਲਈ ਸੱਦਾ ਦੇ ਰਹੇ ਹਨ। ਇਸ ਯੁੱਗ ਵਿੱਚ ਪੂਰੀ ਦੁਨੀਆ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਚਰਚ ਨਹੀਂ ਹੈ ਜੋ ਪਿਤਾ ਪਰਮੇਸ਼ਵਰ ਦੇ ਨਾਲ ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦਾ ਹੋਵੇ। ਇਸ ਲਈ ਮੇਰਾ ਮੰਨਣਾ ਹੈ ਕਿ ਇਸ ਯੁੱਗ ਵਿੱਚ ਸਾਨੂੰ ਯੀਸ਼ੂ ਦੇ ਪਹਿਲੀ ਵਾਰ ਆਉਣ ਦੇ ਸਮੇਂ ਦੇ ਰਸੂਲਾਂ ਅਤੇ ਨਬੀਆਂ ਦੀ ਤਰ੍ਹਾਂ ਵਿਸ਼ਵਾਸ ਦੇ ਰਾਹ ਉੱਤੇ ਚੱਲਣਾ ਚਾਹੀਦਾ ਹੈ। ਉਹਨਾਂ ਨੇ ਯੀਸ਼ੂ ਦੀ ਗਵਾਹੀ ਦੇਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਸਾਨੂੰ ਵੀ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਮਾਤਾ ਪਰਮੇਸ਼ਵਰ ਉੱਤੇ ਸਾਡੇ ਵਿਸ਼ਵਾਸ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਆਓ ਅਸੀਂ ਇਬਰਾਨੀਆਂ ਦੀ ਕਿਤਾਬ ਅਧਿਆਇ 11 ਵਚਨ 32 ਉੱਤੇ ਜਾਈਏ। ਹੁਣ ਮੈਂ ਹੋਰ ਕੀ ਆਖਾਂ? ਕਿਉਂ ਜੋ ਵੇਲ ਨਹੀਂ ਪਾਈ ਗਿਦੌਨ, ਬਾਰਕ, ਸ਼ਮਸੂਨ, ਯਿਫਤਾ, ਦਾਊਦ, ਸੈਮੂਅਲ ਅਤੇ ਨਬੀਆਂ ਦੀ ਵਾਰਤਾ ਕਰਾਂ, ਜਿਨ੍ਹਾਂ ਨੇ ਨੇਚਾ ਦੇ ਰਾਹੀਂ ਪਾਤਸ਼ਾਹੀਆਂ ਨੂੰ ਫਤਿਹ ਕੀਤਾ, ਧਰਮ ਦੇ ਕੰਮ ਕੀਤੇ, ਵਾਅਦਿਆਂ ਨੂੰ ਪ੍ਰਾਪਤ ਕੀਤਾ, ਬੱਬਰ ਸ਼ੇਰਾਂ ਦੇ ਮੂੰਹ ਬੰਦ ਕੀਤੇ, ਅੱਗ ਦੇ ਤਾਉ ਨੂੰ ਠੰਡਿਆ ਕੀਤਾ, ਤਲਵਾਰ ਦੀਆਂ ਧਾਰਾਂ ਤੋਂ ਬਚ ਨਿਕਲੇ। ਉਹ ਨਿਰਬਲਤਾ ਵਿੱਚ ਬਲੀ ਹੋਏ, ਯੁੱਧ ਵਿੱਚ ਸੂਰਮੇ ਬਣੇ, ਓਪਰਿਆਂ ਦੀਆਂ ਫੌਜਾਂ ਨੂੰ ਭਜਾ ਦਿੱਤਾ। ਤੀਵੀਆਂ ਨੇ ਆਪਣੇ ਮੁਰਦਿਆਂ ਨੂੰ ਫਿਰ ਜੀ ਉੱਠਿਆ ਹੋਇਆਂ ਨੂੰ ਲੱਭਿਆ। ਕਈ ਕੁ ਡਾਂਗਾਂ ਨਾਲ ਜਾਨੋਂ ਮਾਰੇ ਗਏ ਅਤੇ ਛੁਟਕਾਰਾ ਨਾ ਮੰਨਿਆ ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ। ਪਿਤਾ ਜੀ ਦੇ ਪ੍ਰਤੀ ਉਹਨਾਂ ਦਾ ਵਿਸ਼ਵਾਸ ਅਸਲ ਵਿੱਚ ਸ਼ਾਨਦਾਰ ਸੀ। ਵਚਨ 36 ਅਤੇ ਕਈ ਕੁ ਠੱਠਿਆਂ ਵਿੱਚ ਉਡਾਏ ਜਾਣ ਅਤੇ ਕੋਰੜੇ ਖਾਣ, ਸਗੋਂ ਜਕੜੇ ਜਾਣ ਅਤੇ ਕੈਦ ਹੋਣ ਨਾਲ ਪਰਤਾਏ ਗਏ। ਉਹ ਪਥਰਾਓ ਕੀਤੇ ਗਏ, ਆਰਿਆਂ ਨਾਲ ਚੀਰੇ ਗਏ, ਪਰਤਾਏ ਗਏ, ਤਲਵਾਰਾਂ ਨਾਲ ਵੱਢੇ ਗਏ, ਕੰਗਾਲ ਅਤੇ ਦੁਖੀ ਹੋਏ ਅਤੇ ਜਬਰੀ ਚੱਲਦੇ ਹੋਏ ਭੇਡਾਂ ਅਤੇ ਬੱਕਰਿਆਂ ਦੀਆਂ ਖਲੜੀਆਂ ਪਹਿਨੇ ਮਾਰੇ ਫਿਰਦੇ ਰਹੇ। ਸੰਸਾਰ ਉਹਨਾਂ ਦੇ ਯੋਗ ਨਹੀਂ ਸੀ। ਉਹ ਉਜਾੜਾ ਅਤੇ ਪਹਾੜਾਂ ਅਤੇ ਗੁਫਾ ਅਤੇ ਧਰਤੀ ਦੀਆਂ ਖੁੰਦਰਾਂ ਵਿੱਚ ਲੁਕਦੇ ਪਏ ਫਿਰੇ ਅਤੇ ਇਹ ਸਭੇ ਭਾਵੇਂ ਉਹਨਾਂ ਲਈ ਉਹਨਾਂ ਦੀ ਨੇਚਾ ਦੇ ਕਾਰਨ ਸਾਖੀ ਦਿੱਤੀ ਗਈ ਤਾਂ ਵੀ ਵਾਅਦੇ ਨੂੰ ਪ੍ਰਾਪਤ ਨਾ ਹੋਏ। ਕਿਉਂ ਜੋ ਸਾਡੇ ਲਈ ਪਰਮੇਸ਼ਵਰ ਨੇ ਹੋਰ ਵੀ ਇੱਕ ਚੰਗੀ ਗੱਲ ਪਹਿਲਾਂ ਸੋਚ ਰੱਖੀ ਸੀ, ਭਈ ਉਹ ਸਾਥੋਂ ਬਿਨਾਂ ਕਾਮਿਲ ਨਾ ਹੋਣ। ਭਾਵੇਂ ਉਹਨਾਂ ਦਾ ਵਿਸ਼ਵਾਸ ਸੱਚਮੁੱਚ ਪ੍ਰਭਾਵਸ਼ਾਲੀ ਸੀ, ਪਰ ਕੀ ਉਹਨਾਂ ਨੂੰ ਮਾਤਾ ਪਰਮੇਸ਼ਵਰ ਨੂੰ ਸਵੀਕਾਰ ਕਰਨ ਦਾ ਮੌਕਾ ਮਿਲਿਆ? ਉਹ ਸਿਰਫ ਇੱਕ ਪ੍ਰਕਾਸ਼ਨ, ਇੱਕ ਦਰਸ਼ਨ ਅਤੇ ਦ੍ਰਿਸ਼ਟਾਂਤ ਦੁਆਰਾ ਸਵਰਗੀ ਮਾਤਾ ਜੀ ਨਾਲ ਮਿਲਣ ਵਿੱਚ ਸਫਲ ਸੀ। ਪਰ ਅਸੀਂ ਉਸ ਯੁੱਗ ਵਿੱਚ ਜੀ ਰਹੇ ਹਾਂ ਜਦ ਅਸੀਂ ਅਸਲ ਵਿੱਚ ਪਰਮੇਸ਼ਵਰ ਅਰਥਾਤ ਸਵਰਗੀ ਪਿਤਾ ਜੀ ਦੇ ਨਾਲ ਸਵਰਗੀ ਮਾਤਾ ਜੀ ਨਾਲ ਮਿਲ ਸਕਦੇ ਹਾਂ ਜੋ ਸਰੀਰ ਵਿੱਚ ਆਏ ਹਨ।
ਇਹ ਲਿਖਿਆ ਹੈ, ਉਹ ਸਾਡੇ ਬਿਨਾਂ ਸਿੱਧਤਾ ਨੂੰ ਨਾ ਪਹੁੰਚੇ। ਕੀ ਅਸੀਂ ਰਸੂਲਾਂ ਤੋਂ ਬਿਹਤਰ ਹਾਂ? ਕੀ ਅਸੀਂ ਉਹਨਾਂ ਰਸੂਲਾਂ ਤੋਂ ਬਿਹਤਰ ਹਾਂ ਜਿਨ੍ਹਾਂ ਨੇ ਇੰਨੀ ਵੱਡੀ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਉੱਤੇ ਜਿੱਤ ਪਾਈ ਅਤੇ ਉਸ ਨੂੰ ਸਹਿਣ ਕੀਤਾ? ਸਾਡੇ ਬਾਰੇ ਉਹਨਾਂ ਤੋਂ ਬਿਹਤਰ ਸਿਰਫ ਇਹ ਗੱਲ ਹੈ ਕਿ ਅਸੀਂ ਮਾਤਾ ਨਾਲ ਮਿਲੇ ਹਾਂ ਅਤੇ ਸਾਨੂੰ ਮਾਤਾ ਜੀ ਉੱਤੇ ਵਿਸ਼ਵਾਸ ਹੈ। ਇਹੀ ਇੱਕੋ ਚੀਜ਼ ਹੈ ਜੋ ਸਾਨੂੰ ਵੱਖਰਾ ਕਰਦੀ ਹੈ। ਇਸ ਲਈ ਪਰਮੇਸ਼ਵਰ ਉਹਨਾਂ ਲੋਕਾਂ ਨੂੰ ਜੋ ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦੇ ਹਨ, ਵਚਨ ਦੀ ਸੰਤਾਨ ਕਹਿੰਦੇ ਹਨ। ਕੀ ਉਹ ਵਾਅਦਾ ਸਦੀਪਕ ਜੀਵਨ ਨਹੀਂ ਹੈ? ਸੱਚਾ ਜੀਵਨ ਉਦੋਂ ਹੀ ਦਿੱਤਾ ਜਾ ਸਕਦਾ ਹੈ ਜਦੋਂ ਸਾਡੇ ਕੋਲ ਮਾਤਾ ਜੀ ਹੋਣ। ਮਾਤਾ ਦੀ ਮੌਜੂਦਗੀ ਤੋਂ ਬਿਨਾਂ ਇਸ ਧਰਤੀ ਉੱਤੇ ਜੀਵਨ ਦੀ ਮੌਜੂਦਗੀ ਨਹੀਂ ਹੁੰਦੀ। ਸਾਨੂੰ ਪੂਰੀ ਤਰ੍ਹਾਂ ਸਵਰਗੀ ਮਾਤਾ ਦੀ ਜ਼ਰੂਰਤ ਹੈ। ਆਓ ਅਸੀਂ ਗਲਾਤੀਆਂ ਦੀ ਕਿਤਾਬ ਅਧਿਆਇ 4 ਵਚਨ 28 ਦੇਖੀਏ। ਪਰ ਹੈ ਭਰਾਵੋ, ਅਸੀਂ ਇਸਹਾਕ ਵਾਂਗੂ ਬਚਨ ਦੀ ਸੰਤਾਨ ਹਾਂ। ਪਰ ਜਿਵੇਂ ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜੰਮਿਆ ਉਹਨੂੰ ਸਤਾਉਂਦਾ ਸੀ, ਜਿਹੜਾ ਆਤਮਾ ਦੇ ਅਨੁਸਾਰ ਜੰਮਿਆ ਸੀ, ਤਿਵੇਂ ਹੁਣ ਵੀ ਹੁੰਦਾ ਹੈ। ਪਰ ਧਰਮ ਪੁਸਤਕ ਕੀ ਆਖਦਾ ਹੈ? ਗੋਲੀ ਅਤੇ ਉਸ ਦੇ ਪੁੱਤਰ ਨੂੰ ਕੱਢ ਦੇ, ਕਿਉਂ ਜੋ ਗੋਲੀ ਦਾ ਪੁੱਤਰ ਆਜ਼ਾਦ ਦੇ ਪੁੱਤਰ ਦੇ ਨਾਲ ਅਧਿਕਾਰੀ ਨਹੀਂ ਹੋਵੇਗਾ। ਇਸ ਲਈ ਹੈ ਭਰਾਵੋ, ਅਸੀਂ ਗੋਲੀ ਦੀ ਨਹੀਂ ਸਗੋਂ ਆਜ਼ਾਦ ਦੀ ਸੰਤਾਨ ਹਾਂ। ਪਰਮੇਸ਼ਵਰ ਸਾਨੂੰ ਇਸਮਾਇਲ ਜੋ ਇੱਕ ਗੋਲੀ ਦੀ ਸੰਤਾਨ ਸੀ ਅਤੇ ਇਸਹਾਕ ਜੋ ਇੱਕ ਆਜ਼ਾਦ ਔਰਤ ਦੀ ਸੰਤਾਨ ਸੀ ਦਾ ਮਾਮਲਾ ਸਿਖਾਉਂਦੇ ਹਨ, ਤਾਂ ਜੋ ਅਸੀਂ ਇਸ ਦ੍ਰਿਸ਼ਟਾਂਤ ਦੁਆਰਾ ਜਾਣ ਸਕੀਏ ਕਿ ਅਸੀਂ ਇਸਹਾਕ ਵਾਂਗੂ ਵਚਨ ਦੀ ਸੰਤਾਨ ਹਾਂ। ਇਸਹਾਕ ਜੇਠੇ ਪੁੱਤਰ ਦੇ ਅਧਿਕਾਰ ਨੂੰ ਪ੍ਰਾਪਤ ਕਰਨ ਦੇ ਯੋਗ ਨਹੀਂ ਸੀ। ਏਦਾਂ ਇਸ ਲਈ ਹੈ ਕਿਉਂਕਿ ਅਬਰਾਹਮ ਦਾ ਜੇਠਾ ਪੁੱਤਰ ਇਸਮਾਇਲ ਸੀ। ਫਿਰ ਵੀ ਪਰਮੇਸ਼ਵਰ ਨੇ ਸਾਨੂੰ ਜਾਣਨ ਦਿੱਤਾ ਕਿ ਇਸਮਾਇਲ ਅਬਰਾਹਮ ਦੇ ਸਰੀਰ ਤੋਂ ਪੈਦਾ ਹੋਣ ਵਾਲਾ ਜੇਠਾ ਪੁੱਤਰ ਨਹੀਂ ਹੋ ਸਕਦਾ, ਬਲਕਿ ਜੋ ਸਾਰਾ ਦੇ ਦੁਆਰਾ ਪੈਦਾ ਹੁੰਦਾ ਹੈ ਉਹ ਅਬਰਾਹਮ ਦੇ ਜੇਠੇ ਪੁੱਤਰ ਦੇ ਰੂਪ ਵਿੱਚ ਅਧਿਕਾਰ ਪਾ ਸਕਦਾ ਹੈ। ਫਿਰ ਅੱਜ ਅਬਰਾਹਮ ਦੀ ਸੰਤਾਨਾਂ ਨੂੰ ਬਚਨ ਦੀ ਸੰਤਾਨ ਹੋਣ ਲਈ ਕਿਸ ਦੇ ਦੁਆਰਾ ਜਨਮ ਲੈਣਾ ਚਾਹੀਦਾ ਹੈ? ਬੇਸ਼ੱਕ ਸਾਨੂੰ ਪਿਤਾ ਜੀ ਉੱਤੇ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਹੈ, ਪਰ ਹੋਰ ਕਿਸ ਉੱਤੇ ਵੀ ਵਿਸ਼ਵਾਸ ਕਰਨਾ ਚਾਹੀਦਾ ਹੈ? ਸਾਨੂੰ ਸਾਰਾ ਦੀ ਸੰਤਾਨ ਹੋਣਾ ਚਾਹੀਦਾ ਹੈ ਜੋ ਸਾਡੀ ਸਵਰਗੀ ਮਾਤਾ ਨੂੰ ਦਰਸਾਉਂਦੀ ਹੈ। ਸਿਰਫ ਇੱਕੋ ਸ਼ਰਤ ਸਵਰਗੀ ਮਾਤਾ ਜੀ ਦੀ ਸੰਤਾਨ ਹੋਣਾ ਹੈ। ਇਸਹਾਕ ਨੂੰ ਜੇਠੇ ਪੁੱਤਰ ਦੇ ਰੂਪ ਵਿੱਚ ਇਸ ਲਈ ਨਿਯੁਕਤ ਨਹੀਂ ਕੀਤਾ ਗਿਆ ਸੀ ਕਿਉਂਕਿ ਉਹ ਚੁਸਤ ਸੀ ਜਾਂ ਉਸ ਦੇ ਕੋਲ ਕੋਈ ਹੋਰ ਸ਼ਾਨਦਾਰ ਵਿਸ਼ੇਸ਼ਤਾਵਾਂ ਸੀ। ਕਿ ਉਸ ਦੀ ਮਾਤਾ ਸਾਰਾ ਦੁਆਰਾ ਜਨਮ ਲੈਣਾ ਹੀ ਸਿਰਫ ਇੱਕ ਕਾਰਨ ਨਹੀਂ ਸੀ ਜਿਸ ਨਾਲ ਉਹ ਅਬਰਾਹਮ ਦੇ ਪਰਿਵਾਰ ਦਾ ਜੇਠਾ ਪੁੱਤਰ ਅਤੇ ਅਧਿਕਾਰੀ ਬਣ ਸਕਿਆ, ਜਿਸ ਦੇ ਕਾਰਨ ਉਸ ਨੂੰ ਆਪਣੇ ਪਿਤਾ ਦੀ ਸਾਰੀ ਜਾਇਦਾਦ ਪ੍ਰਾਪਤ ਕਰਨ ਦਾ ਅਧਿਕਾਰ ਮਿਲਿਆ। ਅੱਜ ਆਓ ਅਸੀਂ ਸਿਯੋਨ ਦੀਆਂ ਸਾਰੀਆਂ ਸੰਤਾਨਾਂ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਜੀ ਉੱਤੇ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਕਰੀਏ। ਸੰਸਾਰ ਵਿੱਚ ਸਾਰੀਆਂ ਵਸਤੂਆਂ ਨੂੰ ਬਣਾਉਂਦੇ ਸਮੇਂ ਪਰਮੇਸ਼ਵਰ ਨੇ ਉਹਨਾਂ ਨੂੰ ਇੱਕ ਉਦੇਸ਼ ਨਾਲ ਬਣਾਇਆ। ਪਰਮੇਸ਼ਵਰ ਦੇ ਸਾਰੇ ਉਦੇਸ਼ਾਂ ਪਿੱਛੇ ਇੱਕ ਕਾਰਨ ਹੈ। ਕਹਾਣੀ ਵਿੱਚ ਜ਼ਿਕਰ ਦੋਵੇਂ ਭਰਾਵਾਂ ਦੀ ਤਰ੍ਹਾਂ ਦੁਨੀਆ ਇਹ ਨਹੀਂ ਸਮਝਦੀ ਕਿ ਪਰਮੇਸ਼ਵਰ ਕੀ ਕਰ ਰਹੇ ਹਨ। ਲੋਕ ਪਰਮੇਸ਼ਵਰ ਦੇ ਮਕਸਦ ਨੂੰ ਇੱਕ ਕੁਦਰਤੀ ਗੱਲ ਮੰਨਦੇ ਹੋਏ ਇਸ ਨੂੰ ਹਲਕੇ ਵਿੱਚ ਲੈਂਦੇ ਹਨ। ਪਰ ਜਦੋਂ ਅਸੀਂ ਆਪਣੇ ਆਲੇ ਦੁਆਲੇ ਹੋਣ ਵਾਲੀਆਂ ਹਰ ਚੀਜ਼ਾਂ ਉੱਤੇ ਨੇੜਿਓਂ ਨਜ਼ਰ ਪਾਉਂਦੇ ਹਾਂ ਤਦ ਇਸ ਦੇ ਪਿੱਛੇ ਇੱਕ ਪੱਕਾ ਉਦੇਸ਼ ਅਤੇ ਕਾਰਨ ਹੁੰਦਾ ਹੈ। ਇਸ ਸਾਲ ਵੀ ਆਓ ਅਸੀਂ ਸਵਰਗੀ ਮਾਤਾ ਜੀ ਦੇ ਬਾਰੇ ਪੂਰੀ ਦੁਨੀਆ ਨੂੰ ਖੁੱਲ੍ਹ ਕੇ ਗਵਾਹੀ ਦਈਏ ਅਤੇ ਜੀ ਭਰ ਕੇ ਉਹਨਾਂ ਦੀ ਵਡਿਆਈ ਕਰੀਏ। ਆਓ ਅਸੀਂ ਇਸ ਤੋਂ ਆਉਣ ਵਾਲੀ ਕਿਸੇ ਵੀ ਮੁਸ਼ਕਲ ਜਾਂ ਫਿਰ ਰੁਕਾਵਟ ਤੋਂ ਦੂਰ ਨਾ ਭੱਜੀਏ। ਇਸ ਦੇ ਬਜਾਏ ਸਾਨੂੰ ਉਸ ਸਵਰਗੀ ਸੰਤਾਨ ਬਣਨਾ ਚਾਹੀਦਾ ਹੈ ਜੋ ਸਾਰੀਆਂ ਮੁਸ਼ਕਲਾਂ ਉੱਤੇ ਜਿੱਤ ਪਾ ਕੇ ਪਰਮੇਸ਼ਵਰ ਤੋਂ ਹੋਰ ਵੀ ਜ਼ਿਆਦਾ ਆਸ਼ੀਸ਼ ਪ੍ਰਾਪਤ ਕਰ ਸਕਦੀਆਂ ਹਨ। ਆਸ ਕਰਦੇ ਹੋਏ ਕਿ ਤੁਹਾਨੂੰ ਜ਼ਿਆਦਾ ਕਿਰਪਾ ਪ੍ਰਾਪਤ ਹੋਈ ਹੈ, ਮੈਂ ਇਸ ਉਪਦੇਸ਼ ਨੂੰ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।